6 ਮਹੀਨੇ ਤਾਂ ਹੋ ਹੀ ਚੁੱਕੇ ਆ, 7ਵਾਂ ਮਹੀਨਾ ਲੱਗਿਆ ਹੋਇਆ ਹੈ। 26 ਜੂਨ ਨੂੰ 7 ਮਹੀਨੇ ਪੂਰੇ ਹੋ ਜਾਣੇ ਆ। ਮਹਿਸੂਸ ਨਹੀਂ ਹੁੰਦਾ ਅੱਕੇ ਨਹੀਂ ਇੰਨੀ ਸੇਵਾ ਕਰਦੇ ਹੋਏ ਇੰਨੇ ਚਿਰ ਤੋਂ? ਇਹ ਜਿਹੜੀ ਕੌਮ ਹੈ ਗੁਰੂ ਨਾਨਕ ਦੀ ਕੌਮ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਹੈ, ਇਹ ਕਦੇ ਥੱਕਦੀ ਨਹੀਂ। ਗੁਰੂ ਸਾਹਿਬ ਥੱਕਣ ਨਹੀਂ ਦਿੰਦੇ ਤੇ ਅਸੀਂ ਥੱਕਦੇ ਨਹੀਂ। ਬਾਬਾ ਜੀ ਦੇ ਨਾਲ ਵੀ ਗੱਲ ਕਰ ਲੈਂਦੇ ਆ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ, ਮੈਂ ਅੰਦਰ ਗੱਲ ਕਰਦਾ ਸੀਗਾ, ਮੈਂ ਕਿਹਾ ਵੀ ਇੰਨੀ ਗਰਮੀ ਪੈ ਰਹੀ ਆ, ਇੰਨਾ ਚਿਰ ਹੋ ਗਿਆ, 7 ਮਹੀਨੇ ਹੋ ਜਾਣੇ ਆ 26 ਜੂਨ ਨੂੰ, ਵੀ ਅੱਕੇ ਨਹੀਂ ਹਲੇ ਤੱਕ? ਇਹ ਜੇ ਅਸੀਂ ਅੱਕ ਜਾਾਂਗੇ ਤਾਂ ਫੇਰ ਗੱਲ ਨਹੀਂ ਬਣਨੀ, ਤੇ ਬਣ ਜੂ ਨਹੀਂ ਬਣਦੀ, ਹਨਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਤੁਹਾਨੂੰ ਜੋੜ ਰਹੇ ਹਾਂ ਸਿੰਘੂ ਮੋਰਚੇ ਦੇ, ਕਿਸਾਨਾਂ ਦੇ ਮੋਰਚੇ ਦੇ ਨਾਲ। ਹਾਲਾਂਕਿ 26 ਜੂਨ ਨੂੰ 7 ਮਹੀਨੇ ਪੂਰੇ ਹੋ ਜਾਣੇ ਆ, ਪਰ ਇਸ ਗੱਲ ਤੋਂ ਹਰ ਇੱਕ ਨੂੰ ਹੈਰਾਨੀ ਹੋਊਗੀ ਕਿ ਕਿਸ ਤਰੀਕੇ ਦੇ ਨਾਲ ਹਲੇ ਵੀ ਕਿਸਾਨ ਜਿਹੜੇ ਆ ਉਸੇ ਤਰੀਕੇ ਦੇ ਨਾਲ, ਉਸੇ ਜਜ਼ਬੇ ਦੇ ਤਹਿਤ ਅੱਜ ਵੀ ਜੁੜੇ ਹੋਏ ਆ, ਔਰ ਕਿਸਾਨਾਂ ਨੇ ਕੁੰਡਲੀਆਂ ਮਾਰੀਆਂ ਹੋਈਆਂ ਕੁੰਡਲੀ ਬਾਰਡਰਾਂ ਦੇ ਉੱਤੇ। ਜਦੋਂ ਮੋਰਚਾ ਸ਼ੁਰੂ ਹੋਇਆ ਦੋਸਤੋ, ਅਸੀਂ ਵਿਖਾਇਆ ਸੀਗਾ ਵੱਖ-ਵੱਖ ਲੰਗਰਾਂ ਨੂੰ ਕਿ ਕਿਸ ਤਰੀਕੇ ਨਾਲ ਲੰਗਰ ਲੱਗੇ ਹੋਏ ਆ। ਚਲੋ ਸ਼ੁਰੂਆਤ ਦੇ ਵਿੱਚ ਤਾਂ ਸਾਰਿਆਂ ਨੇ ਬੜਾ ਹਮਲਾ ਮਾਰਿਆ, ਪਰ ਇਹ ਹੈਰਾਨੀਜਨਕ ਗੱਲ ਹੈ ਕਿ ਇੰਨੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਸ ਜਜ਼ਬੇ ਦੇ ਤਹਿਤ ਸਾਡੇ ਨੌਜਵਾਨ ਜਿਹੜੇ ਨੇ ਉਹ ਲੱਗੇ ਹੋਏ ਆ। ਇੱਕ ਤਾਂ ਹੁੰਦਾ ਕਿ ਦਿਹਾੜੀ ਦੇ ਉੱਤੇ ਵੀ ਕਿਸੇ ਨੂੰ ਪੈਸੇ ਦੇ ਲਾਲਚ ਦੇ ਕੇ ਅਸੀਂ ਕਿਸੇ ਨੂੰ ਲਾਈਏ, ਉਹ ਗੱਲ ਵੱਖਰੀ ਹੁੰਦੀ ਆ, ਪਰ ਇੱਕ ਹੁੰਦਾ ਆਪ ਮੁਹਾਰੇ ਜਜ਼ਬੇ ਦੇ ਤਹਿਤ ਲੱਗੇ ਰਹਿਣਾ। ਤਾਂ ਇਹਦੇ ਵਿੱਚ ਸਾਰਿਆਂ ਨੂੰ ਹੈਰਾਨੀ ਹੋ ਜਾਂਦੀ ਹੈ ਕਿ ਇੰਨੀ ਦੇਰ ਹੋਣ ਦੇ ਬਾਵਜੂਦ ਵੀ ਜਿਹੜੇ ਸਾਡੇ ਵੀਰ ਆ ਉਹ ਲੱਗੇ ਹੋਏ ਆ। ਬਾਈ ਜੀ ਦੇ ਨਾਲ ਗੱਲ ਵੀ ਕਰ ਲੈਂਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਾਂ ਕਿੱਥੋਂ ਆ ਬਾਈ ਜੀ? ਜ਼ਿਲ੍ਹਾ ਨਵਾਂ ਸ਼ਹਿਰ, ਦੁਆਬਾ, ਪਿੰਡ ਪੱਲੀ ਉੱਚੀ। ਠੀਕ ਹੈ। ਅੱਛਾ, ਇੰਨੀ ਦੇਰ ਹੋਣ ਦੇ ਬਾਵਜੂਦ ਵੀ ਮੈਂ ਇੱਥੇ ਖੂਬਸੂਰਤ ਤੁਹਾਨੂੰ ਵਿਖਾ ਦਿੰਦਾ ਕਿ ਕਿੰਨੀ ਖੂਬਸੂਰਤੀ ਦੇ ਨਾਲ ਪੀਜ਼ੇ ਤਿਆਰ ਕਰ ਰਹੇ ਆ ਬਾਈ। ਅੱਛਾ ਬਾਈ ਜੀ, ਇੰਨੀ ਦੇਰ ਹੋ ਗਈ ਹੈ, 6 ਮਹੀਨੇ ਤਾਂ ਹੋ ਹੀ ਚੁੱਕੇ ਆ, 7ਵਾਂ ਮਹੀਨਾ ਲੱਗਿਆ ਹੋਇਆ ਹੈ। 26 ਜੂਨ ਨੂੰ 7 ਮਹੀਨੇ ਪੂਰੇ ਹੋ ਜਾਣੇ ਆ। ਮਹਿਸੂਸ ਨਹੀਂ ਹੁੰਦਾ ਅੱਕੇ ਨਹੀਂ ਇੰਨੀ ਸੇਵਾ ਕਰਦੇ ਹੋਏ ਇੰਨੇ ਚਿਰ ਤੋਂ? ਕਿਉਂਕਿ ਇਹ ਜਿਹੜੀ ਕੌਮ ਹੈ ਗੁਰੂ ਨਾਨਕ ਦੀ ਕੌਮ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਹੈ, ਇਹ ਕਦੇ ਥੱਕਦੀ ਨਹੀਂ। ਗੁਰੂ ਸਾਹਿਬ ਥੱਕਣ ਨਹੀਂ ਦਿੰਦੇ ਤੇ ਅਸੀਂ ਥੱਕਦੇ ਨਹੀਂ। ਕੀ ਬਾਤ। ਕਿਉਂਕਿ ਇਹ ਉਹਨਾਂ ਨੇ ਅੰਮ੍ਰਿਤ ਹੀ ਐਸਾ ਪੜਾਇਆ ਹੋਇਆ ਹੈ ਕੀ ਬਾਤ ਕਿ ਜਿਹਦੇ ਵਿੱਚ ਸ਼ਕਤੀ ਹੈ, ਭਗਤੀ ਹੈ, ਤੇ ਉਸੇ ਜਜ਼ਬੇ ਦੇ ਨਾਲ ਗੁਰੂ ਸਾਹਿਬ ਦਾ ਥਾਪੜਾ ਹੈ, ਗੁਰੂ ਗੋਬਿੰਦ ਸਿੰਘ ਜੀ ਬਾਜਾਂ ਵਾਲੀ ਮਾਹੀ ਦਾ, ਤੇ ਥੱਕਣਾ ਤਾਂ ਇਸ ਖੂਨ ਦੇ ਵਿੱਚ ਹੈ ਹੀ ਨਹੀਂ, ਹੈ ਨਾ? ਕੀ ਬਾਤ ਹੈ ਜੀ, ਕੀ ਬਾਤ ਹੈ। ਅਸੀਂ ਦੋਸਤੋ ਜਾਣ ਬੁੱਝ ਕੇ ਲਾਈਵ ਹੋਏ ਆ, ਕਿਉਂਕਿ ਕਈ ਵਾਰੀ ਇਹ ਲੱਗਦਾ ਵੀ ਇਹ ਤਾਂ ਸ਼ਾਇਦ ਪੁਰਾਣੀ ਵੀਡੀਓ ਹੋਣੀ, ਪੁਰਾਣੀ ਵੀਡੀਓ ਕਦੇ ਕੱਢ ਕੇ ਚਲਾਤੀ ਹੋਣੀ ਆ। ਆਪਣੇ ਕੈਮਰਾਮੈਨ ਵੀਰ ਨੂੰ ਕਹਾਂਗਾ ਫੜਨਗੇ। ਸੋ ਦੋਸਤੋ ਜਾਣ ਬੁੱਝ ਕੇ ਲਾਈਵ ਹੋਏ ਸੀਗੇ, ਕਿਉਂਕਿ ਕਈ ਵਾਰੀ ਇਹ ਲੱਗਦਾ ਹੈਗਾ ਕਿ ਮੀਡੀਆ ਦਾ ਜ਼ਮਾਨਾ ਹੈਗਾ, ਟੈਕਨੋਲੋਜੀ ਦਾ ਜ਼ਮਾਨਾ ਹੈਗਾ, ਕਿ ਹੋ ਸਕਦਾ ਪਹਿਲਾਂ ਵੀਡੀਓ ਬਣਾਈ ਹੋਵੇ ਤੇ ਹੁਣ ਚਾੜਤੀ ਹੋਵੇ, ਪਰ ਲਾਈਵ ਜਾਣ ਬੁੱਝ ਕੇ ਹੋਏ ਤਾਂ ਹੀ ਕਰਕੇ। ਤਾਂ ਪੀਜ਼ੇ ਤੁਸੀਂ ਲੱਗੇ ਹੋਏ ਵੇਖਦੇ ਹੋ, ਔਰ ਪੀਜ਼ਿਆਂ ਤੋਂ ਜ਼ਿਆਦਾ ਜਿਹੜੀ ਵੱਡੀ ਗੱਲ ਹੈ ਉਹ ਜਜ਼ਬੇ ਦੀ ਗੱਲ ਹੈ। ਹੋਰ ਬਾਈਆਂ ਤੋਂ ਵੀ ਗੱਲਬਾਤ ਕਰਦੇ ਆ। ਬਾਈ ਜੀ ਤੁਸੀਂ ਦੱਸੋ, ਬੜੇ ਸੋਹਣੇ ਤੁਸੀਂ ਸਜਾ ਰਹੇ ਹੋ। ਕੀ ਨਾਮ ਬਾਈ ਜੀ ਤੁਹਾਡਾ? ਮੇਰਾ ਨਾਮ ਦੀਪਕ ਹੈ। ਦੀਪਕ, ਅੱਛਾ ਜੀ। ਹਰਿਆਣੇ ਦੇ ਹੋ ਤੁਸੀਂ? ਨਹੀਂ ਵੀਰੇ, ਪੰਜਾਬ ਤੋਂ ਆ, ਪਟਿਆਲੇ ਤੋਂ। ਅੱਛਾ। ਤੇ ਜਿੱਦਾਂ ਮੈਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਰਿਹਾ ਸੀਗਾ ਜੀ, ਗਰਮੀ ਦਾ ਮੌਸਮ ਹੋ ਗਿਆ, ਨਹੀਂ ਅੱਤ ਦੀ ਗਰਮੀ ਪੈ ਰਹੀ ਆ। ਹੁਣ ਅੱਜ ਥੋੜ੍ਹਾ ਜਿਹਾ ਮੌਸਮ ਫਿਰ ਵੀ ਥੋੜ੍ਹਾ ਜਿਹਾ ਕਹਿ ਲਓ ਕਿ ਖੁਸ਼ਨੁਮਾ ਹੈਗਾ, ਕਿਉਂਕਿ ਮੀਂਹ ਦਾ ਮੌਸਮ ਹੈਗਾ, ਰਾਤੀ ਮੀਂਹ ਪਿਆ ਸੀਗਾ, ਪਰ ਇੱਥੇ ਅੱਤ ਦੀ ਗਰਮੀ ਪੈ ਰਹੀ ਆ। ਅਸੀਂ ਆਮ ਨੋਰਮਲ ਗੱਲ ਕਰੀਏ 45 ਡਿਗਰੀ ਟੈਂਪਰੇਚਰ, 1 ਮਿੰਟ ਵੀ ਖੜ੍ਹਨਾ ਬਾਹਰ ਮੁਸ਼ਕਿਲ ਹੁੰਦਾ। ਇਹਨਾਂ ਓਵਨਾਂ ਦੇ ਨਾਲ ਜਦੋਂ ਤੁਸੀਂ ਖੜ੍ਹੇ ਹੁੰਦੇ ਆ ਤੇ ਗਰਮੀ ਨਹੀਂ ਲੱਗਦੀ? ਨਹੀਂ ਵੀਰੇ, ਗਰਮੀ ਦਾ ਕੀ ਚੱਕਰ, ਪਿੰਡ ਵੀ ਇੰਨੀ ਗਰਮੀ ਹੈ, ਇੱਥੇ ਵੀ ਉਹੀ ਉਹ ਆ। ਇੱਥੇ ਕਿਹੜਾ ਕੋਈ ਬਾਹਰ ਆਪਾਂ ਆਏ ਹੋਏ ਆ, ਠੀਕ ਆ ਵਧੀਆ। ਬਾਕੀ ਬਜ਼ੁਰਗਾਂ ਨੂੰ ਦੇਖ ਕੇ ਵੀਰੇ ਇੰਨਾ ਉਹ ਨਹੀਂ ਹੁੰਦਾ, ਕਿ ਬਜ਼ੁਰਗ ਜਦੋਂ ਬੈਠੇ ਨੇ ਆਪਣੇ, ਆਪਾਂ ਤਾਂ ਫਿਰ ਨੌਜਵਾਨ ਆ, ਕੋਈ 25 ਸਾਲਾਂ ਤੱਕ ਕਿੰਨਾ ਕੁ ਹੁੰਦਾ। ਬਿਲਕੁਲ। ਅੱਛਾ, ਬਜ਼ੁਰਗਾਂ ਨੂੰ ਦੇਖ ਕੇ ਹੌਸਲਾ ਮਿਲਦਾ ਰਹਿੰਦਾ ਹੈਗਾ। ਇਹ ਬਾਕੀ ਗੱਲ ਸੱਚੀ ਹੈਗੀ ਆ ਵੀ ਜਦੋਂ ਬਜ਼ੁਰਗਾਂ ਨੂੰ ਅਸੀਂ ਵੇਖਦੇ ਹੈਗੇ ਆ ਵੀ ਬਜ਼ੁਰਗ ਡਟੇ ਹੋਏ ਆ, ਤਾਂ ਆਪਣੇ ਆਪ ਦੇ ਵਿੱਚ ਸੋਚਣ ਲਈ ਮਜਬੂਰ ਹੋਈ ਜਾਈਦਾ ਵੀ ਜੇ ਉਹ ਬੈਠ ਸਕਦੇ ਆ ਤਾਂ ਫਿਰ ਸਾਡਾ ਤਾਂ ਬੈਠਣਾ ਲਾਜ਼ਮੀ ਹੈਗਾ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਕਿੱਥੋਂ ਬਾਈ ਜੀ? ਆਪਾਂ ਬਾਈ ਜੀ ਰੋਪੜ ਤੋਂ, ਪਿੰਡ ਮੀਆਂਪੁਰ।
ਅੱਛਾ, ਤੁਸੀਂ ਕਿੰਨੀ ਦੇਰ ਹੋ ਗਈ ਇੱਥੇ? ਆਪਾਂ ਜੀ ਭਾਈ ਪਹਿਲਾਂ ਵੀ ਆਏ ਸੀਗੇ, ਜਿੱਦਾਂ ਵੀ ਡਿਊਟੀਆਂ ਲੱਗਦੀਆਂ ਆਪਣੇ ਬਜ਼ੁਰਗਾਂ ਦੇ ਕਹਿਣ ਦੇ ਅਕੋਰਡਿੰਗ, ਹਾਂ ਤੇ ਹੁਣ ਵੀ ਆਪਾਂ ਨੂੰ ਹਫਤਾ ਹੋ ਗਿਆ ਇੱਥੇ ਡਟਿਆਂ ਨੂੰ, ਹਾਂ ਤੇ ਸੇਵਾ ਚੱਲ ਰਹੀ ਹੈ ਮਾਰੋ ਮਾਰ, ਕੋਈ ਚੱਕਰ ਨਹੀਂ। ਹਾਂ, ਕੋਈ ਚੱਕਰ ਨਹੀਂ। ਅੱਛਾ, ਘਰ ਵੀ ਇਦਾਂ ਬਣਾਉਂਦੇ ਹੁੰਦੇ ਹੋ ਰੋਟੀਆਂ? ਨਹੀਂ ਭਾਈ, ਘਰੇ ਉਦਾਂ ਕਹਿੰਦੇ ਹੁੰਦੇ ਘਰ ਦੇ ਵੀ ਤੁਸੀਂ ਸਿੱਖ ਲਓ, ਪੁੱਤ ਬਾਹਰ ਕਿਤੇ ਜਾਣਾ ਜਾਂ ਫਿਰ ਔਖੇ ਹੋਵੋਗੇ, ਪਰ ਨਹੀਂ, ਇੱਥੇ ਆ ਕੇ ਮਹਾਰਾਜ ਦੀ ਕਿਰਪਾ ਹੋਈ, ਸਾਰਾ ਕੰਮ ਸਿੱਖੇ ਹੋਏ ਆ, ਤੁਹਾਡੇ ਸਾਹਮਣੇ ਬਣ ਰਹੀ ਹੈ। ਕੀ ਬਾਤ ਹੈ, ਬੜੀ ਖੂਬਸੂਰਤੀ ਦੇ ਨਾਲ। ਕੀ ਬਾਤ ਹੈ ਦੋਸਤੋ। ਔਰ ਜਦੋਂ ਅਸੀਂ ਇਸ ਤਰੀਕੇ ਦੇ ਨੌਜਵਾਨਾਂ ਨੂੰ ਵੇਖਦੇ ਹੈਗੇ ਆ ਤਾਂ ਆਪਣੇ ਆਪ ਉਹ ਜਿਹੜੀਆਂ ਅਫਵਾਹਾਂ ਹੁੰਦੀਆਂ ਜਾਂ ਜਿਹੜਾ ਝੂਠ ਫੈਲਾਇਆ ਹੁੰਦਾ ਵੀ ਪੰਜਾਬ ਦਾ ਨੌਜਵਾਨ ਤਾਂ ਨਸ਼ੇ ਕਰਦਾ ਰਹਿੰਦਾ ਹੈਗਾ, ਉਹ ਤਾਂ ਨਸ਼ੇ ਵਿੱਚ ਡੁੱਬਿਆ ਰਹਿੰਦਾ ਹੈਗਾ, ਤਾਂ ਇਹਨਾਂ ਤਸਵੀਰਾਂ ਤੋਂ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਯੂਥ ਸਾਡਾ ਕਿੰਨਾ ਮਿਹਨਤੀ ਹੈਗਾ ਔਰ ਕਿੰਨਾ ਜਜ਼ਬੇ ਵਾਲਾ ਹੈਗਾ ਕਿ ਇੰਨੀ ਧੁੱਪ ਦੇ ਬਾਵਜੂਦ, ਇੰਨੀ ਗਰਮੀ ਦੇ ਬਾਵਜੂਦ ਤੁਸੀਂ ਵੇਖੋ ਕਿ ਓਵਨਾਂ ਦੇ ਨਾਲ ਖੜ ਕੇ ਪੀਜ਼ੇ ਤਿਆਰ ਹੋ ਰਹੇ ਆ। ਸਾਰਾ ਦਿਨ ਇਹ ਪੀਜ਼ੇ ਬਣਾਉਣੇ ਆ ਇਹਨਾਂ ਨੇ। ਹਾਲਾਂਕਿ ਕਈ ਲੋਕਾਂ ਨੂੰ ਲੱਗਦਾ ਕਿ ਇੱਥੇ ਲੋਕੀ ਮੇਲਾ ਵੇਖਣ ਆਉਂਦੇ ਆ, ਪਰ ਇੱਥੇ ਜਿਹੜੇ ਸੇਵਾ ਕਰਦੇ ਆ ਤਾਂ ਇੱਕ ਛੰਨ ਦੇ ਥੱਲੇ ਹੀ ਸਵੇਰ ਤੋਂ ਸ਼ੁਰੂ ਹੋ ਜਾਣਾ, ਜਿਨ੍ਹਾਂ ਨੇ ਸ਼ਾਮ ਨੂੰ ਹਟਣਾ ਔਰ ਪੀਜ਼ੇ ਤਿਆਰ ਕਰ ਕਰਕੇ ਇਸ ਤਰ੍ਹਾਂ ਪੈਕ ਕਰ ਕਰਕੇ ਤੇ ਫਿਰ ਸੰਗਤ ਨੂੰ ਛਕਾਈ ਜਾਣੇ ਆ। ਬਾਬਾ ਜੀ ਦੇ ਨਾਲ ਵੀ ਗੱਲ ਕਰ ਲੈਂਦੇ ਆ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਅੱਛਾ, ਮੈਂ ਅੰਦਰ ਗੱਲ ਕਰਦਾ ਸੀਗਾ, ਮੈਂ ਕਿਹਾ ਵੀ ਇੰਨੀ ਗਰਮੀ ਪੈ ਰਹੀ ਆ, ਇੰਨਾ ਚਿਰ ਹੋ ਗਿਆ, 7 ਮਹੀਨੇ ਹੋ ਜਾਣੇ ਆ 26 ਜੂਨ ਨੂੰ, ਵੀ ਅੱਕੇ ਨਹੀਂ ਹਲੇ ਤੱਕ? ਅੱਗੇ ਇਦਾਂ ਜੀ, ਇਹ ਜਿਹੜਾ ਅੰਦੋਲਨ ਹੈਗਾ ਜੀ, ਇਹ ਇਸ ਵੇਲੇ ਜਿਹੜਾ ਚੱਲ ਰਿਹਾ, ਇਹ ਜੇ ਅਸੀਂ ਅੱਕ ਜਾਾਂਗੇ ਤਾਂ ਫੇਰ ਗੱਲ ਨਹੀਂ ਬਣਨੀ, ਤੇ ਬਣ ਜੂ ਨਹੀਂ ਬਣਦੀ, ਹਨਾ। ਤੇ ਇਸ ਕਰਕੇ ਇਹਦੇ ਚੱਕਣ ਦਾ ਕੋਈ ਮਤਲਬ ਨਹੀਂ ਹੈ, ਸਵਾਲ ਹੀ ਨਹੀਂ ਹੈ, ਸਵਾਲ ਨਹੀਂ ਹੈ। ਤੇ ਜਦ ਤੱਕ ਸੰਗਤਾਂ ਹੈਗੀਆਂ ਨੇ ਇੱਥੇ, ਅੰਦੋਲਨ ਚੱਲ ਰਿਹਾ, ਤੇ ਇਦਾਂ ਹੀ ਜਿਹੜੀ ਸੇਵਾ ਆ, ਮਹਾਰਾਜ ਬਲ ਬਖਸ਼ਣ, ਸੰਗਤਾਂ ਦਾ ਸਹਿਯੋਗ ਰਹੇ। ਅੱਛਾ 2 ਮਿੰਟ ਬਾਬਾ ਜੀ, ਮੈਂ ਚਾਹੁੰਦਾ ਵੀ ਇੱਥੋਂ ਦੇ ਵਸਿੰਦਿਆਂ ਦੇ ਨਾਲ ਵੀ ਗੱਲ ਕਰ ਲਈਏ। ਤੇ ਇਹਨੂੰ ਸਾਰਿਆਂ ਨੂੰ ਲੰਗਰ ਦੀ ਮਰਿਆਦਾ ਅਨੁਸਾਰ ਹੀ ਲੈਣਾ ਚਾਹੀਦਾ ਆ। ਸੋ ਗੁਰੂ ਨਾਨਕ ਦਾ ਲੰਗਰ ਹੁੰਦਾ। ਲੋਕਡਾਊਨ ਦੇ ਵੀ ਅਸੀਂ ਇਸ ਕਰਕੇ ਗੱਲ ਕਰਦੇ ਹੁੰਦੇ ਹਾਂ ਕਿਉਂਕਿ ਅਸੀਂ ਮੁਨਕਰ ਨਹੀਂ ਹੋ ਸਕਦੇ। ਜਿਸ ਤਰੀਕੇ ਦੀਆਂ ਪ੍ਰੋਬਲਮਸ ਜਨਤਾ ਨੂੰ ਆਈਆਂ ਹੈਗੀਆਂ, ਕਈਆਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਔਰ ਸਾਡੇ ਬਹੁਤ ਮਾਣਯੋਗ ਜਰਨਲਿਸਟ ਸੀਗੇ ਜਰਨੈਲ ਸਿੰਘ ਜੀ, ਉਹਨਾਂ ਦੀ ਵੀ ਗੱਲ ਚੱਲੀ ਸੀਗੀ, ਉਹਨਾਂ ਨੂੰ ਵੀ ਆਕਸੀਜਨ ਨਾ ਮਿਲਣ ਕਰਕੇ ਇਹ ਪ੍ਰੋਬਲਮ ਆਈ। ਸੋ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਿਸ ਤਰੀਕੇ ਦੇ ਇੰਤਜ਼ਾਮ ਰਹੇ ਆ। ਔਰ ਇਸ ਗੱਲ ਦੀ ਸ਼ਲਾਘਾ ਵੀ ਕਰਨੀ ਪਊਗੀ ਕਿ ਸਿੱਖਾਂ ਨੇ ਜਿਸ ਤਰੀਕੇ ਦੇ ਨਾਲ, ਗੁਰੂ ਨਾਨਕ ਦੇ ਸਿੱਖਾਂ ਨੇ ਆਪਣਾ ਰੋਲ ਅਦਾ ਕੀਤਾ, ਉਹਦੇ ਵਿੱਚ ਆਕਸੀਜਨ ਦੇ ਵੀ ਲੰਗਰ ਲਗਾਤੇ। ਅੱਗੇ ਤਾਂ ਅਸੀਂ ਸੁਣਿਆ ਕਰਦੇ ਸੀ, ਅਸੀਂ ਵੇਖਿਆ ਕਰਦੇ ਸੀ ਵੀ ਲੰਗਰ ਲੱਗਿਆ ਕਰਦੇ ਸੀ ਖਾਣਿਆਂ ਦੇ, ਪੀਜ਼ਿਆਂ ਦੇ। ਤਾਂ ਇਸ ਸਦੀ ਦੇ ਵਿੱਚ ਜਦੋਂ ਤਰਾਸਦੀ ਆਈ ਕਰੋਨਾ ਵਰਗੀ, ਤਾਂ ਦਵਾਈਆਂ ਦੇ ਵੀ ਲੰਗਰ ਲੱਗੇ ਔਰ ਆਕਸੀਜਨ ਦੇ ਵੀ ਲੰਗਰ ਲਗਾ ਕੇ ਸਾਬਿਤ ਕਰ ਦਿੱਤਾ ਕਿ ਗੁਰੂ ਨਾਨਕ ਦਾ ਇਹ ਘਰ ਔਰ ਦਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਠੀਕ ਹੈ ਜੀ, ਸਹੀ ਚੱਲ ਰਿਹਾ ਹੈ, ਚਲੋ। ਸੋ ਸਾਡੀ ਤਾਂ ਇਹੀ ਅਰਦਾਸ ਹੈ। ਔਰ ਜਦੋਂ ਸਿੱਖ ਮੰਗ ਵੀ ਕਰਦਾ ਤਾਂ ਇਹੀ ਮੰਗ ਕਰਦਾ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਸੰਗਤਾਂ ਦਾ ਪਹੁੰਚਣਾ ਹਾਲੇ ਵੀ ਉਸੇ ਤਰੀਕੇ ਦੇ ਨਾਲ ਜਾਰੀ ਹੈ। ਹਾਲਾਂਕਿ ਹਾਲ ਹੀ ਦੇ ਵਿੱਚ ਜਿਸ ਤਰੀਕੇ ਦੀ ਕੇਂਦਰ ਸਰਕਾਰ ਨੇ ਕਾਰਵਾਈਆਂ ਕੀਤੀਆਂ ਹੈਗੀਆਂ, ਜਾਂ ਫਿਰ ਜੇ ਫਸਲਾਂ ਦੀ ਗੱਲ ਕਰੀਏ ਤਾਂ ਫਸਲਾਂ ਦੇ ਰੇਟ ਜਿਹੜੇ ਆ ਵਧਾਏ ਆ, ਉਹ ਬੜੇ ਨਿਗੂਣੇ ਵਧਾਏ ਗਏ ਆ। ਕਿਸਾਨ ਆਗੂਆਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈਗਾ, ਕਿਸਾਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈਗਾ ਕਿ 72 ਰੁਪਏ ਥੋੜ੍ਹੇ ਜਿਸ ਜੇ ਝੋਨੇ ਦੀ ਗੱਲ ਕਰੀਏ ਤਾਂ 72 ਰੁਪਏ ਵਧਾਏ ਗਏ ਹੈਗੇ ਆ। ਜੇ ਹੋਰ ਫਸਲਾਂ ਦੀ ਗੱਲ ਕਰੀਏ, ਜਵਾਹਰ ਦੀ ਗੱਲ ਕਰੀਏ ਜਾਂ ਕਪਾਹ ਦੀ ਗੱਲ ਕਰੀਏ, ਜਿਸ ਤਰੀਕੇ ਦੇ ਨਾਲ, ਜਿਸ ਦਰ ਦੇ ਨਾਲ ਮਹਿੰਗਾਈ ਵਧੀ ਹੈ, ਉਸ ਤੋਂ ਕਿਤੇ ਵੀ ਇਹ ਗੱਲ ਉਹਦੇ ਨਾਲ ਮੇਲ ਨਹੀਂ ਖਾਂਦੀ ਜਿੰਨੀ ਦਰ ਦੇ ਨਾਲ ਫਸਲਾਂ ਦੇ ਰੇਟ ਵਧਾਏ ਗਏ ਹੈਗੇ ਆ। ਔਰ ਹਾਲ ਹੀ ਦੇ ਵਿੱਚ ਜੇ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ ਤਾਂ ਵੱਡੇ ਐਲਾਨ ਕੀਤੇ ਗਏ ਆ। 26 ਜੂਨ ਨੂੰ 7 ਮਹੀਨੇ ਪੂਰੇ ਹੋ ਜਾਣੇ ਆ। ਸੋ ਇਹਨਾਂ 7 ਮਹੀਨਿਆਂ ਦੇ ਵਿੱਚ ਕਿਸ ਤਰੀਕੇ ਦੀ ਕਾਰਗੁਜ਼ਾਰੀ ਰਹੀ ਹੈ ਸਰਕਾਰ ਦੀ, ਇਹ ਵੀ ਸੋਚਣ ਵਾਲੀ ਗੱਲ ਹੈ। 11 ਗੇਟ ਦੀ ਮੀਟਿੰਗ ਹੋ ਚੁੱਕੀ ਹੈ ਔਰ ਉਸ 11 ਗੇਟ ਦੀ ਮੀਟਿੰਗ ਦੇ ਵਿੱਚ ਸਿੱਟਾ ਕੋਈ ਨਹੀਂ ਨਿਕਲਿਆ ਹੈਗਾ। ਹਾਲਾਂਕਿ ਰਮੇਸ਼ ਚੰਦ ਜਿਹੜੇ ਕਿ ਸਰਕਾਰ ਦੇ ਹੀ ਇੱਕ ਮੈਂਬਰ ਨੇ, ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਕਿਸਾਨ ਸਾਨੂੰ 11 ਗੇੜ ਦੀ ਮੀਟਿੰਗ ਦੇ ਵਿੱਚ ਇਹ ਸਾਬਤ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ ਕਿ ਇਹਨਾਂ ਕਾਨੂੰਨਾਂ ਦੇ ਵਿੱਚ
ਕਾਲਾਪਨ ਕੀ ਆ। ਔਰ ਕਿਸਾਨ ਆਗੂ ਇਹ ਕਹਿੰਦੇ ਰਹੇ ਆ ਕਿ ਜੇਕਰ ਤੁਸੀਂ ਉਹਨਾਂ 11 ਗੇਟ ਦੀ ਮੀਟਿੰਗ ਨੂੰ ਕੱਢ ਕੇ ਵੀ ਵੇਖ ਲਓ, ਉਹਨਾਂ ਦੀ ਵੀਡੀਓਗ੍ਰਾਫੀ ਕੱਢ ਕੇ ਵੇਖ ਲਓ, ਤਾਂ ਤੁਹਾਨੂੰ ਇੱਕ ਗੱਲ ਪਤਾ ਲੱਗ ਜੂਗੀ ਕਿ ਇਹਨਾਂ ਦੇ ਵਿੱਚ ਚਿੱਟਾ ਕੀ ਆ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ ਕਿਸ ਤਰੀਕੇ ਦੇ ਹਾਲਾਤ ਬਣਦੇ ਆ। ਦਿੱਲੀ ਦੇ ਬਾਰਡਰਾਂ ਦੇ ਉੱਤੇ 7 ਮਹੀਨੇ ਪੂਰੇ ਹੋ ਜਾਣੇ ਆ 26 ਜੂਨ ਨੂੰ। ਇੱਕ ਇੱਕ ਪਲ ਪਲ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਦਿੰਦੇ ਰਹਾਂਗੇ ਜੀ। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ, ਇਸੇ ਤਰੀਕੇ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।